ਤੁਸੀਂ ਦੇਖ ਰਹੇ ਹੋ KTV UK। ਮੈਂ ਹਾਂ ਮਨਦੀਪ ਸਿੰਘ। ਅੱਜ 10 ਦਸੰਬਰ ਵਿਸ਼ਵ ਮਨੁੱਖੀ ਅਧਿਕਾਰ ਦਿਹਾੜਾ ਆ, ਜਿੱਥੇ ਪੂਰੀ ਦੁਨੀਆ ਦੇ ਵਿੱਚ ਮਨੁੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾਂਦੀ ਹੈ, ਉਹਨਾਂ ਦੇ ਬਣਦੇ ਹੱਕਾਂ ਦੀ ਗੱਲ ਕੀਤੀ ਜਾਂਦੀ ਹੈ। ਅੱਜ ਉੱਥੇ ਹੀ ਪੰਜਾਬ ਦੀ ਧਰਤੀ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਨੇ ਇੱਕ ਇਕੱਠ ਸੱਦਿਆ ਆ, ਸਿੱਖਾਂ ਦੇ ਹੋਰੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਸੰਬੰਧ ਦੇ ਵਿੱਚ ਕਿ ਕਿਵੇਂ ਸਿੱਖ ਜੁਝਾਰੂਆਂ ਨੂੰ, ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਲੋਕਾਂ ਨੂੰ ਨਜਾਇਜ਼ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਆ। ਇਸ ਇਕੱਠ ਦੇ ਵਿੱਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ। ਅੱਜ ਹਵਾਰਾ ਕਮੇਟੀ ਸਾਡੇ ਨਾਲ, ਹਵਾਰਾ ਕਮੇਟੀ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਵੇਂ ਦੇਖਦੇ ਨੇ ਕਿ ਸਿੱਖਾਂ ਨੂੰ, ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸਿੱਖ ਇਹ ਮਹਿਸੂਸ ਕਰਦੇ ਨੇ ਕਿ ਭਾਰਤ ਦੇ ਵਿੱਚ ਉਹਨਾਂ ਨੂੰ ਦੱਬਿਆ ਜਾ ਰਿਹਾ, ਉਹਨਾਂ ਦੀ ਪ੍ਰਭੂ ਸੱਤਾ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ, ਉਹਨਾਂ ਦਾ ਘਾਣ ਕੀਤਾ ਜਾ ਰਿਹਾ। ਹਵਾਰਾ ਕਮੇਟੀ ਸਾਡੇ ਨਾਲ ਆ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਵੋਕੇਟ ਸਾਹਿਬ, ਕਿਵੇਂ ਦੇਖਦੇ ਹੋ ਕਿ ਅੱਜ ਪੂਰੀ ਦੁਨੀਆ ਮਨੁੱਖੀ ਅਧਿਕਾਰ ਦਿਵਸ ਮਨਾ ਰਹੀ ਹੈ ਤੇ ਦੂਸਰੇ ਪਾਸੇ ਸਿੱਖ ਇਹ ਮਹਿਸੂਸ ਕਰਦੇ ਨੇ ਕਿ ਆਜ਼ਾਦੀ ਤੋਂ ਪਿੱਛੋਂ ਹੀ ਜਿਹੜੀਆਂ ਗੱਲਾਂ ਬਾਤਾਂ ਸਿੱਖਾਂ ਦੇ ਨਾਲ ਕੀਤੀਆਂ ਗਈਆਂ ਸੀ, ਕਿਤੇ ਨਾ ਕਿਤੇ ਉਹਨਾਂ ਦੇ ਬੂਰ ਨਹੀਂ ਚੜਾਇਆ ਗਿਆ, ਉਹਨਾਂ ਨੂੰ ਮੰਨਿਆ ਨਹੀਂ ਗਿਆ, ਸਿੱਖਾਂ ਨੂੰ ਹਮੇਸ਼ਾ ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਰੱਖਿਆ ਜਾ ਰਿਹਾ। ਭਾਈ ਸਾਹਿਬ, ਤੁਸੀਂ ਬੜਾ ਵਧੀਆ ਸਵਾਲ ਇਹ ਪੁੱਛਿਆ ਕਿ ਪਿੱਛੋਂ ਦੇ ਸਿਧਰਮ ਤੋਂ ਚੱਲਦੇ ਆ। 1947 'ਚ ਜਿਹੜੀ ਪਾਰਟੀਸ਼ਨ ਆ, ਉਹ ਖਾਸ ਕਰਕੇ ਲੋਕਾਂ ਨੂੰ ਇਹ ਭਰਮ ਹੈਗਾ ਕਿ ਉਹ ਮੁਲਕ ਦੀ ਪਾਰਟੀਸ਼ਨ ਹੋਈ ਆ ਹਿੰਦੁਸਤਾਨ ਦੇ। ਇਹ ਕਲੀਅਰ ਕਰਦੀ ਹੈ ਕਿ ਉਹ ਮੁਲਕ ਦੀ ਪਾਰਟੀਸ਼ਨ ਨਹੀਂ ਹੋਈ, ਉਹ ਇਕੱਲੀ ਪੰਜਾਬ ਦੀ ਹੋਈ ਆ। ਪੰਜਾਬ ਸੀ, ਉਹਨੂੰ ਦੋ ਟੋਟਿਆਂ 'ਚ ਕੀਤਾ ਗਿਆ। ਇੱਕ ਲਹਿੰਦਾ ਪੰਜਾਬ ਬਣਾਤਾ ਤੇ ਇੱਥੋਂ ਦਾ ਚੜ੍ਹਦਾ ਪੰਜਾਬ ਬਣਾਤਾ। ਹੁਣ ਸਾਡੇ ਸਿੱਖਾਂ ਵਾਸਤੇ 15 ਅਗਸਤ ਦਾ ਕੀ ਮਫਾਦ ਹੋਣਗੇ ਸਾਡੇ ਵਾਸਤੇ, ਜਾਂ ਅਸੀਂ ਉਹਦੇ ਬਾਰੇ ਕੀ ਸੋਚੀਏ। ਦਿੱਲੀ ਜਾਂ ਥੱਲੜੇ ਸੂਬੇ ਨੇ ਜਿਹੜੇ, ਜਿਹਨੂੰ ਸਾਊਥ ਕਹਿੰਦੇ ਆਪਾਂ, ਉਹ ਤੇ 15 ਅਗਸਤ ਨੂੰ ਝੰਡਾ ਵੀ ਚੜਾਉਣ, ਲੱਡੂ ਵੀ ਵੰਡਣ, ਸਭ ਕੁਝ ਕਰਨ, ਉਹਨਾਂ ਲਈ ਚੰਗਾ ਹੈ। ਤੇ ਜਿਹੜਾ ਪੰਜਾਬ ਦੇ ਲੋਕ ਆ, ਜਿਨ੍ਹਾਂ ਦੇ ਲੱਖਾਂ ਲੋਕ ਬੇਘਰ ਹੋਏ, ਹਜ਼ਾਰਾਂ ਦੀ ਗਿਣਤੀ 'ਚ ਕਤਲੋ ਗਾਰਤ ਹੋਈ ਆ, ਉਹਨਾਂ ਲਈ 15 ਅਗਸਤ ਕਿੱਥੋਂ ਚੰਗਾ ਲੱਗੇਗਾ ਜੀ। ਉਹਨਾਂ ਦੇ ਪਰਿਵਾਰ ਵਿਛੜੇ ਨੇ, ਪਰਿਵਾਰ ਉਜੜੇ ਨੇ, ਉਹਨਾਂ ਲਈ ਤੇ ਜਿਹੜਾ ਇਹ ਆਜ਼ਾਦੀ ਨਾਲ ਕੋਈ ਸਧਰਮ ਨਹੀਂ ਬਣਦਾ। ਜੇ ਇਹ ਕੀਤਾ ਜਾਵੇ ਕਿ ਉਹਨਾਂ ਦਾ ਬਣਦੇ ਹੱਕ ਦਿੱਤੇ ਜਾਂਦੀ, ਪਾਰਟੀਸ਼ਨ ਠੀਕ ਤਰੀਕੇ ਨਾਲ ਕੀਤੀ ਜਾਂਦੀ, ਇੱਕ ਟਾਈਮ ਦੇ ਨਾਲ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ, ਤੇ ਫਿਰ ਤੇ ਕੋਈ ਗੱਲ ਬਣਦੀ ਸੀ। ਤੇ ਜੇ ਇਦਾਂ ਦੀ ਕਤਲੋਗਾਰਤ ਨੂੰ ਕੋਈ ਆਜ਼ਾਦੀ ਕਵੇ ਤੇ ਇਸ ਤੋਂ ਹਾਸੋਂ ਹੀ ਨਹੀਂ ਗੱਲ ਕੋਈ ਨਹੀਂ ਹੋ ਸਕਦੀ, ਖਾਸ ਕਰਕੇ ਪੰਜਾਬ ਵਾਸਤੇ। ਦਿੱਲੀ ਵਾਸਤੇ ਸਧਰਮ ਹੋਰ ਹੋ ਸਕਦਾ, ਉਹਨਾਂ ਦਾ ਕਤਲੋਗਾਰਤ ਨਹੀਂ ਹੋਈ, ਪੰਜਾਬ ਦੀ ਹੋਈ ਆ। ਜਾਂ ਉਹਨਾਂ ਜਿਹੜੇ ਪਾਕਿਸਤਾਨ ਦੇ ਵਸਿੰਦੇ ਅੱਜ ਉੱਥੇ ਰਹਿ ਰਹੇ ਆ, ਜਿਨ੍ਹਾਂ ਦੇ ਪਰਿਵਾਰ ਵਿਛੜੇ ਨੇ, ਅੱਜ ਵੀ ਰੋਂਦੇ ਨੇ, ਉਹ ਆਪਣੇ ਜਗ੍ਹਾਵਾਂ ਨੂੰ, ਆਪਣੇ ਮਾਤਾਵਾਂ ਨੂੰ, ਆਪਣੇ ਬਜ਼ੁਰਗਾਂ ਨੂੰ ਯਾਦ ਕਰਕੇ, ਉਹਨਾਂ ਲਈ ਗੱਲ ਹੋਰ ਹੈ। ਜਿਹੜਾ ਭਾਰਤ ਹੈ ਤਾਂ ਵੱਖਰੇ ਵੱਖਰੇ ਖਿੱਤਿਆਂ ਦਾ ਇੱਕ ਇਕੱਠ ਆ, ਤਾਂ ਇਹਨਾਂ ਖਿੱਤਿਆਂ ਦੇ ਵਿੱਚ ਜਿਹੜੀਆਂ ਕੌਮਾਂ ਵਸਦੀਆਂ ਨੇ, ਤਾਂ ਜਦੋਂ ਵੀ ਉਹ ਕੌਮਾਂ ਆਪਣੀ ਪ੍ਰਭੂ ਸੱਤਾ ਦੀ ਗੱਲ ਕਰਦੀਆਂ ਨੇ, ਆਪਣੀ ਸੋਵਰੈਂਟੀ ਦੀ ਗੱਲ ਕਰਦੀਆਂ ਨੇ ਕਿ ਸਾਨੂੰ ਸਾਡੇ ਫੈਸਲੇ ਲੈਣ ਦਾ ਅਧਿਕਾਰ ਸਾਡੇ ਆਪਣੇ ਕੋਲ ਹੋਣਾ ਚਾਹੀਦਾ, ਤਾਂ ਉਦੋਂ ਹੀ ਉਹਨਾਂ ਕੌਮਾਂ ਦਾ ਕਿਤੇ ਨਾ ਕਿਤੇ ਘਾਣ ਹੁੰਦਾ ਨਜ਼ਰ ਆਉਂਦਾ ਆ। ਚਾਹੇ ਨਕਸਲਬੜੀ ਲਹਿਰ ਨੂੰ ਲੈ ਲਈਏ, ਜਾਂ ਪੰਜਾਬ ਦੇ ਵਿੱਚ ਜਿਹੜੀਆਂ ਮੂਵਮੈਂਟਸ ਚੱਲਦੀਆਂ ਰਹੀਆਂ ਉਹਨਾਂ ਨੂੰ ਲੈ ਲਈਏ, ਕਿਤੇ ਨਾ ਕਿਤੇ ਜਿਹੜੇ ਪਿੱਛੇ ਦਾ ਕਾਰਨ ਆ ਉਹ ਪ੍ਰਭੂ ਸੱਤਾ ਆ, ਕਿ ਸਾਡੀ ਪ੍ਰਭੂ ਸੱਤਾ ਨੂੰ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਂ ਅੱਜ ਇੱਥੇ ਭਾਰਤ ਦੇ ਹੋਰ ਸੂਬਿਆਂ ਤੋਂ ਵੀ ਲੋਕ ਆ ਰਹੇ ਨੇ। ਕਿਵੇਂ ਦੇਖਦੇ ਹੋ ਕਿ ਭਾਰਤ ਕਿੰਨਾ ਕੁ ਚਿਰ ਇਹਨਾਂ ਲੋਕਾਂ ਨੂੰ, ਜਾਂ ਜਿਹੜੀਆਂ ਸਰਕਾਰਾਂ ਨੇ, ਕਿੰਨਾ ਕੁ ਚਿਰ ਲੋਕਾਂ ਦੀ ਆਵਾਜ਼ਾਂ ਨੂੰ ਦਬਾਉਂਦੀਆਂ ਰਹਿਣਗੀਆਂ? ਭਾਈ ਸਾਹਿਬ, ਇੱਕ ਗੱਲ ਇਹ ਤੁਸੀਂ ਜਿਹੜੀ ਸੋਵਰਨਿਟੀ ਦੀ ਗੱਲ ਕੀਤੀ ਹੈ, ਹਿਊਮਨ ਨੇਚਰ ਹੈਗਾ। ਜਦੋਂ ਕੋਈ ਆਦਮੀ ਆਪਣੇ ਆਪ ਨੂੰ ਸਟਰਕਚਰਡ 'ਚ ਆ ਜਾਏਗਾ, ਆਪਣੇ ਸੂਬੇ ਦੀ ਗੱਲ ਕਰਨੀ ਸ਼ੁਰੂ ਕਰੇਗਾ, ਉਹ ਸੂਬੇ ਤੋਂ ਬਾਅਦ ਆਪਣੀ ਰਾਜਨੀਤੀ ਆਪ ਤੈਅ ਕਰੇਗਾ, ਆਪਣੇ ਹੱਕ ਆਪ ਤੈਅ ਕਰੇਗਾ ਕਿ ਸਾਡੇ ਹੱਕ ਕੀ ਹੋਣੇ ਚਾਹੀਦੇ ਨੇ, ਕੀ ਮਾਪਦੰਡ ਹੋਣੇ ਚਾਹੀਦੇ ਨੇ। ਇਹ ਜਿਹੜੀ ਕੰਟਰੀ ਆ, ਇਹਨੂੰ ਇੱਕ ਭਰਮ ਹੈਗਾ ਕਿ ਅਸੀਂ ਇਹਨੂੰ ਜਿਹੜੀ ਆ ਹਿੰਦੂਤਵ ਵੱਲ ਲੈ ਜਾਵਾਂਗੇ ਤੇ ਸਾਰੇ ਇਸ ਗੱਲ ਨੂੰ ਸਵੀਕਾਰ ਕਰ ਲੈਣਗੇ। ਇਹ ਗੱਲ ਨੂੰ ਭੁੱਲ ਜਾਂਦੇ ਨੇ ਕਿ ਸਿੱਖੀ ਨੇ ਉਹਨਾਂ ਨੂੰ ਢਾਹ ਦਿੱਤੀ ਆ ਜਿਨ੍ਹਾਂ ਨੇ ਹਿੰਦੂਆਂ 'ਤੇ 900 ਸਾਲ ਰਾਜ ਕੀਤਾ ਸੀ। 900 ਸਾਲ ਗੁਲਾਮ ਰਹਿਣ ਵਾਲੀ ਕੌਮ, ਜੇ ਅੱਜ ਉਹਨੂੰ ਸੱਤਾ ਮਿਲੀ ਆ, ਤਾਂ ਉਹ ਆਪਣਾ ਪਿਛੋਕੜ ਭੁੱਲ ਗਏ ਨੇ ਕਿ ਮੁਗਲ ਉਹਨਾਂ ਦੀਆਂ ਬਹੂ ਬੇਟੀਆਂ ਚੁੱਕ ਕੇ ਲੈ ਜਾਂਦੇ ਸੀ, ਤੇ ਉਹਨਾਂ ਕੋਲ ਇੰਨੀ ਹਿੰਮਤ ਨਹੀਂ ਸੀ ਕਿ ਉਹ ਆਪਣੀ ਬਹੂ ਬੇਟੀਆਂ ਨੂੰ ਵਾਪਸ ਲਿਆਉਣ। ਮੈਂ ਐਗਜ਼ਾਮਪਲ ਦਿੰਦਾ, ਚੰਬੇ ਦੇ ਰਾਜੇ ਦੀ ਕੁੜੀ ਨੂੰ ਮੁਗਲ ਅਗਵਾ ਕਰਕੇ ਲੈ ਗਏ ਸਨ। ਜਦੋਂ ਅਗਵਾ ਕਰਕੇ ਲੈ ਕੇ ਗਏ ਨੇ, ਤੇ ਚੰਬੇ ਦੇ ਰਾਜੇ ਨੇ ਇੰਨੀ ਹਿੰਮਤ ਨਹੀਂ ਕੀਤੀ ਕਿ ਮੁਗਲਾਂ ਦਾ ਪਿੱਛਾ ਕਰਕੇ ਆਪਣੀ ਧੀ ਨੂੰ ਛਡਾਇਆ ਜਾਵੇ। ਜਦੋਂ ਇਹ ਗੱਲ ਸਿੱਖਾਂ ਨੂੰ ਪਤਾ ਲੱਗੀ ਆ, ਉਹਨਾਂ ਨੇ ਜਾ ਕੇ ਮੁਗਲਾਂ ਤੋਂ ਚੰਬੇ ਦੀ ਰਾਜੇ ਦੀ ਕੁੜੀ ਤੇ ਹੋਰ ਜਿਹੜੀਆਂ ਬਹੂ ਬੇਟੀਆਂ ਸੀ ਉਹਨਾਂ ਨੂੰ ਛਡਵਾਇਆ। ਜਦੋਂ ਚੰਬੇ ਦੀ ਰਾਜੇ ਦੀ ਕੁੜੀ ਨੂੰ ਇਹ ਸਵਾਲ ਪੁੱਛਿਆ ਵੀ ਤੇਰਾ ਪਿੰਡ ਕਿਹੜਾ, ਤੇਰਾ ਘਰ ਕਿੱਥੇ ਹੈ, ਤੈਨੂੰ ਛੱਡ ਕੇ ਆਈਏ, ਉਹ ਕਹਿੰਦੀ ਮੇਰਾ ਕੋਈ ਘਰ ਨਹੀਂ, ਮੇਰੇ ਮਾਪੇ ਮਰ ਗਏ ਨੇ। ਉਹ ਕਹਿੰਦੇ ਵੀ ਤੂੰ ਇਹ ਸਾਨੂੰ ਨਵੀਂ ਮੁਸ਼ਕਿਲ 'ਚ ਨੇ ਪਾ, ਅਸੀਂ ਤੇ ਸਾਡੀ ਡਿਊਟੀ ਇਹ ਸੀ ਕਿ ਅਸੀਂ ਤੇਰੀ ਇੱਜ਼ਤ
ਬਚਾਉਣੀ ਸੀ ਤੇ ਤੈਨੂੰ ਹੁਣ ਅਸੀਂ ਛੁਡਾ ਲਿਆ ਤੇ ਤੂੰ ਦੱਸ ਅਸੀਂ ਤੈਨੂੰ ਛੱਡ ਆਉਂਦੇ ਆ। ਉਹਨੇ ਰੋ ਕੇ ਗਿਆ ਕਿ ਮੈਂ ਕੀ ਦੱਸਾਂ, ਮੇਰਾ ਪਿਓ ਚੰਬੇ ਦਾ ਰਾਜਾ ਹੈ ਤੇ ਉਹਨੇ ਮੇਰੀ ਇੱਜ਼ਤ ਨਹੀਂ ਬਚਾਈ, ਮੈਨੂੰ ਛੁਡਾ। ਰਾਜ ਭਾਗ ਹੁੰਦਿਆਂ ਵੀ ਇਹ ਬੜੇ ਡਰ ਕੇ ਰਹੇ ਨੇ। ਤੇ ਅੱਜ ਜੇ ਇਹਨਾਂ ਕੋਲ ਪਾਵਰ ਆ ਗਈ ਹੈ, ਸਾਰਿਆਂ ਨੂੰ ਇੱਕ ਹਿੰਦੂਤਵ ਦੇ ਏਜੰਡੇ ਤੇ ਲੈ ਕੇ ਜਾਣਾ ਚਾਹੁੰਦੇ ਹੋ, ਜੋ ਕਦੀ ਵੀ ਮੁਮਕਿਨ ਨਹੀਂ ਹੋ ਸਕਦਾ। ਇੱਥੇ ਅਬਦਾਲੀ ਵਰਗਿਆਂ ਨੇ ਜ਼ੋਰ ਲਾ ਲਿਆ ਹੈ, ਇੱਥੇ ਔਰੰਗਜ਼ੇਬ ਵਰਗਿਆਂ ਨੇ ਜ਼ੋਰ ਲਾ ਲਿਆ ਹੈ, ਸਾਨੂੰ ਕਤਰਾ ਕੱਟ ਕੇ ਵੇਖ ਲਿਆ ਹੈ, ਸਾਨੂੰ ਜਿਹੜਾ ਚਰਖੜੀਆਂ ਦੇ ਚੜਾ ਕੇ ਵੇਖ ਲਿਆ ਹੈ, ਬਲ ਦੇ ਦੇਗਾਂ ਨੇ ਪਾ ਕੇ ਦੇਖ ਲਿਆ ਹੈ, ਪਰ ਅਸੀਂ ਜਿਹੜੀ ਆਪਣੀ ਵਿਲੱਖਣਤਾ ਨਹੀਂ ਛੱਡੀ ਤੇ ਨਾ ਹੀ ਅਸੀਂ ਛੱਡਾਂਗੇ। ਇਹ ਮੋਦੀ ਸਰਕਾਰ ਆਪਣੇ ਦਿਲ 'ਚੋਂ ਵਹਿਮ ਕੱਢ ਦੇ ਕਿ ਜੇ ਔਰੰਗਜ਼ੇਬ ਨਹੀਂ ਸਾਨੂੰ ਕਰ ਸਕਿਆ ਤੇ ਮੋਦੀ ਕਿਸੇ ਖੇਤ ਦੀ ਮੂਲੀ ਨਹੀਂ ਆ। ਖਾਸ ਕਰਕੇ ਜਦੋਂ ਸਾਡੀ ਇਸ਼ਟ ਦੀ ਗੱਲ ਆਏਗੀ ਜਾਂ ਸਾਡੀ ਹੋਣ ਦੀ ਗੱਲ ਆਏਗੀ, ਅਸੀਂ ਮਰਨਾ ਤੇ ਕਬੂਲ ਕਰ ਲਾਂਗੇ ਪਰ ਆਪਣਾ ਧਰਮ ਨਹੀਂ ਛੱਡਾਂਗੇ। ਖਾਸ ਕਰਕੇ ਇਸ ਕਰਕੇ ਨਹੀਂ ਛੱਡਾਂਗੇ ਕਿ ਸਾਡਾ ਸਿਧਾਂਤ ਵਿਲੱਖਣਤਾ ਦਾ ਹੈ। ਅਸੀਂ ਹਿਊਮੈਨਿਟੀ ਦੀ ਗੱਲ ਕਰਦੇ ਹਾਂ। ਸਾਡੇ ਧਰਮ ਦੇ ਵਿੱਚੋਂ ਜਿਹੜਾ ਵਾ ਹਿਊਮਨ ਰਾਈਟਸ ਨਿਕਲਿਆ। ਮਨੂ ਸਮ੍ਰਿਤੀ ਦੀ ਜੇ ਗੱਲ ਕਰਦੇ ਹੋ, ਉਹ ਪਾੜ ਪਾਉਂਦਾ ਹੈ, ਉਹ 4 ਵਰਨਾਂ 'ਚ ਵੰਡਦਾ ਹੈ ਸਾਨੂੰ। ਉਹ ਸ਼ੂਦਰ ਤੇ ਦਲਿਤ ਦੀ ਪਰਿਭਾਸ਼ਾ ਕਰਦਾ ਹੈ, ਉਹ ਊਚ ਤੇ ਨੀਚ ਦੀ ਗੱਲ ਕਰਦਾ ਹੈ। ਸਾਡੀ ਗੁਰਬਾਣੀ ਏਕਤਾ ਦੀ ਗੱਲ ਕਰਦੀ ਆ, ਅਖੰਡਤਾ ਦੀ ਗੱਲ ਕਰਦੀ ਆ, ਇੱਕ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਣ ਦੀ ਗੱਲ ਕਰਦੀ ਆ, ਇੱਕ ਨੂਰ ਦੀ ਗੱਲ ਕਰਦੀ ਆ। ਅਸੀਂ ਕਿੱਥੋਂ ਇਹਨਾਂ ਦੇ ਨਾਲ ਮੈਚ ਕਰ ਜਾਂਗੇ? ਸਾਡੀ ਵਿਲੱਖਣਤਾ ਹੈ। ਸੋ ਅੱਜ ਜਿਹੜਾ ਇਹ ਦਿਹਾੜਾ ਮਨਾਇਆ ਜਾ ਰਿਹਾ ਹੈ, ਖਾਸ ਕਰਕੇ ਮੈਨੂੰ ਇਹ ਵੀ ਤੁਹਾਨੂੰ ਦੁਹਰਾ ਦੇਵਾਂ ਕਿ ਇਸ ਮੁਲਕ ਨੇ ਜਿੰਨੇ ਇਹ ਕੌਨਸਟੀਟਿਊਸ਼ਨ ਆ ਜਾਂ ਡਿਊਟੀਜ਼ ਨੇ ਜਾਂ ਫੰਡਾਮੈਂਟਲ ਰਾਈਟਸ ਨੇ, ਇਸ ਮੁਲਕ ਨੇ ਦੂਜਿਆਂ ਮੁਲਕਾਂ ਤੋਂ ਅਡਾਪਟ ਕੀਤੀਆਂ ਨੇ ਔਰ ਅਡਾਪਟ ਤੇ ਕਰ ਲਈਆਂ, ਪਰ ਉਹਨਾਂ ਦੇ ਪੈਰਾ ਕੋਈ ਨਹੀਂ ਦਿੰਦਾ। ਇੱਥੇ ਤੱਕ ਗੱਲ ਆਈ ਆ ਕਿ ਅਮਰੀਕਾ ਦੀ ਇੱਕ ਸਟੇਟ ਆ ਕੈਲੀਫੋਰਨੀਆ ਸਾਊਥ 'ਚ, ਉੱਥੇ ਇੱਕ ਸਿਟੀ ਆ ਲੈਸ ਵੈਗਸ। ਉੱਥੇ ਬਾਲੀਵੁੱਡ ਦਾ ਜਿਹੜਾ ਫਿਲਮ ਸਿਟੀ ਆ, ਪਹਾੜਾਂ ਦੇ ਵਿੱਚ ਬਾਲੀਵੁੱਡ ਦਾ ਇੱਕ ਉਹਨਾਂ ਨੇ ਬਹੁਤ ਵੱਡਾ ਬੈਨਰ ਲਾਇਆ ਲੋਹੇ ਦਾ। ਜਦੋਂ ਉਹਨੂੰ ਡਰਿਲ ਕਰਨਾ ਸੀ, ਲਾਉਣਾ ਸੀ, ਉੱਥੋਂ ਪਹਾੜਾਂ 'ਚੋਂ ਕੀੜੀਆਂ ਮਕੌੜੇ ਮਰਨੇ ਸ਼ੁਰੂ ਹੋ ਗਏ। ਕਿਸੇ ਹਿਊਮਨ ਰਾਈਟ ਐਕਟਿਵਿਸਟ ਨੇ ਇਹ ਸਵਾਲ ਉਠਾਇਆ ਸਟੇਟ ਨੂੰ ਕਿ ਵੀ ਇਹ ਕੀੜੀਆਂ ਮਕੌੜੇ ਮਰ ਰਹੇ ਨੇ ਤੁਹਾਡੇ ਬੋਰਡ ਲਾਉਣ ਕਰਕੇ। ਸਟੇਟ ਮਜਬੂਰ ਹੋ ਗਈ ਕਿ ਕੀੜੀਆਂ ਮਕੌੜਿਆਂ ਦੇ ਵੀ ਰਾਈਟ ਹੈਗੇ ਨੇ, ਅਸੀਂ ਨਹੀਂ ਮਰਨ ਦਿਆਂਗੇ। ਐਟ ਦੀ ਲਾਸਟ ਉਹਨਾਂ ਨੂੰ ਉੱਥੋਂ ਬੋਰਡ ਹਟਾਉਣਾ ਪਿਆ। ਜੇ ਉਸ ਮੁਲਕ ਦੀ ਗੱਲ ਕਰੀਏ, ਉਹ ਕੀੜਿਆਂ ਮਕੌੜਿਆਂ ਦੀ, ਉੱਥੋਂ ਦੇ ਜਾਨਵਰਾਂ ਦੀ ਰਾਖੀ ਕਰ ਰਹੇ ਆ। ਤੇ ਸਾਡੇ ਇਸ ਧਰਮ 'ਚ ਲੈ ਲਓ, 1982 ਤੋਂ ਲੈ ਕੇ 1992 ਤੱਕ ਨੌਜਵਾਨ ਮਾਰ ਕੇ ਦਰਿਆਵਾਂ 'ਚ ਰੋੜਦੇ ਰਹੇ ਨੇ, ਖੁਰਦ-ਬੁਰਦ ਕਰਦੇ ਰਹੇ ਨੇ, ਥਾਣਿਆਂ 'ਚ ਕੁੱਟਦੇ ਰਹੇ ਨੇ, ਅੰਗ ਪਾੜਦੇ ਰਹੇ ਨੇ, ਛੁਰੇ ਖਪਾਉਂਦੇ ਰਹੇ ਨੇ ਔਰ ਸੱਟਾਂ ਲਾ ਕੇ ਲੂਣ ਉੱਤੇ ਲਾਉਂਦੇ ਰਹੇ ਨੇ। ਇਹ ਕੋਈ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ? ਇਹ ਮੁਲਕ ਹੋ ਸਕਦਾ ਹਿਊਮਨ ਰਾਈਟਸ ਦੀ ਗੱਲ ਕਰਨ ਦਾ? ਇਹ ਅੱਜ 3600 ਥਾਈਂ ਇਹ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਨੇ ਕਿ ਸਾਡਾ ਜੀ ਹਿਊਮਨ ਰਾਈਟਸ ਦਾ ਦਿਹਾੜਾ ਅਸੀਂ ਮਨਾ ਰਹੇ ਹਾਂ। ਕਾਹਦੇ ਲਈ ਮਨਾ ਰਹੇ ਹੋ? ਜਦੋਂ ਤੁਸੀਂ ਹਿਊਮਨ ਰਾਈਟਸ ਦੀ ਕਦਰ ਕੀਮਤ ਕਰਨੀ ਆਉਂਦੀ ਨਹੀਂ ਤੁਹਾਨੂੰ, ਨਾ ਤਾਂ ਤੁਸੀਂ ਕੋਸ਼ਿਸ਼ ਕਰਦੇ ਹੋ। ਆਇਆ ਇਸ ਸੂਬੇ 'ਚ ਜਿੱਥੇ ਆਪਾਂ ਖਲੋਤੇ ਹਾਂ, ਕੋਈ ਸ਼ਹਿਰੀ ਥਾਣੇ ਜਾ ਕੇ ਦਿਖਾ ਦੇ ਇਕੱਲਾ, ਉਹ ਡਰਦੇ ਨੇ, ਪੁਲਿਸ ਵਾਲਿਆਂ ਨੂੰ ਵੇਖ ਕੇ ਪਾਸਾ ਵੱਟ ਜਾਂਦੇ ਨੇ। ਆਇਆ ਕੋਈ ਮੁਲਕ ਇੱਦਾਂ ਹੋ ਸਕਦਾ? ਤੁਸੀਂ ਬਾਹਰ ਅਮਰੀਕਾ ਕੈਨੇਡਾ 'ਚ ਖੜੇ ਹੋ, ਪੁਲਿਸ ਵਾਲੇ ਤੁਹਾਨੂੰ ਆਪ ਆ ਕੇ ਪੁੱਛਦੇ ਨੇ, ਭਾਈ ਸਾਹਿਬ ਤੁਸੀਂ ਇੱਥੇ ਇਕੱਲੇ ਖਲੋਤੇ ਹੋ, ਕੋਈ ਤਕਲੀਫ ਹੈਗੀ ਆ? ਇੱਥੇ ਕੋਈ ਪੁਲਿਸ ਵਾਲਾ ਆ ਜਾਏ ਤੇ ਬੰਦੇ ਭੱਜ ਜਾਂਦੇ ਨੇ ਕਿ ਇਹ ਪਤਾ ਨਹੀਂ ਪੈਸੇ ਨਾ ਕੱਢ ਲਏ ਜੇਬ 'ਚੋਂ। ਸੋ ਇੱਦਾਂ ਦਾ ਜਿਹੜਾ ਸਧਰਮ ਹੈ, ਇੱਥੇ ਹਿਊਮਨ ਰਾਈਟਸ ਦੀ ਗੱਲ ਉਦੋਂ ਹੀ ਸੋਹਣੀ ਲੱਗਣੀ ਆ। ਗੱਲ ਮਨਾਉਂਦੇ ਤਿਉਹਾਰ, ਅਸੀਂ ਦਿਹਾੜੇ ਮਨਾਉਣ ਨੂੰ ਤਿਆਰ ਹਾਂ, ਅਸੀਂ ਬੜੇ ਹੁਮ-ਹੁਮਾ ਕੇ ਮਨਾਵਾਂਗੇ, ਪਰ ਆਪਣਾ ਸਟਰਕਚਰ ਚੇਂਜ ਕਰੋ। ਹਿਊਮਨ ਰਾਈਟਸ ਦੀ ਜਿਹੜੀ ਅਸਲ ਭਾਸ਼ਾ ਵਾ, ਉਹਦਾ ਸਟਰਕਚਰ ਚੇਂਜ ਕਰਕੇ ਲੋਕਾਂ ਦੇ ਮਨੁੱਖੀ ਕਦਰਾਂ ਕੀਮਤਾਂ ਦੀ ਕਦਰ ਕਰਨੀ ਸ਼ੁਰੂ ਕਰੋ। ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ, ਐਡਵੋਕੇਟ ਸਾਹਿਬ ਨੇ ਕਿਹਾ, ਸਿੰਘ ਸਾਹਿਬ ਤੁਹਾਡੇ ਨਾਲ ਅੱਗੇ ਗੱਲਬਾਤ ਸ਼ੁਰੂ ਕਰਨਾ ਚਾਹਾਂਗੇ ਕਿ ਜਿਵੇਂ ਉਹ ਦੇਸ਼ ਵੀ ਨੇ ਜਿੱਥੇ ਕੀੜੀਆਂ ਮਕੌੜਿਆਂ ਦੇ ਵੀ ਅਧਿਕਾਰਾਂ ਦੀ ਗੱਲਬਾਤ ਕੀਤੀ ਜਾਂਦੀ ਹੈ, ਉਹਨਾਂ ਦੇ ਵੀ ਜੀਵਨ ਦੀ ਗੱਲਬਾਤ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਵੀ ਜਿਉਣਾ ਮਨੁੱਖਾਂ ਦੇ ਜਿਉਣ ਦੇ ਬਰਾਬਰ ਹੈ। ਫਿਰ ਦੂਸਰੇ ਪਾਸੇ ਭਾਰਤ ਨੂੰ ਦੇਖਿਆ ਜਾਂਦਾ ਹੈ ਕਿ ਜਿੱਥੇ ਇੱਕ ਆਮ ਨਾਗਰਿਕ ਦੇ ਜੀਵਨ ਦੀ ਵੀ ਕਦਰ ਨਹੀਂ ਕੀਤੀ ਜਾਂਦੀ, ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਕਈ ਸਾਲ ਕੇਸ ਨਹੀਂ ਨਿਬੜਦੇ, ਬਹੁਤ ਲੰਬੇ ਸਮੇਂ ਤੱਕ ਕੋਰਟਾਂ ਕਚਹਿਰੀਆਂ ਦੇ ਜਿਹੜੇ ਗੇੜੇ ਲਾਉਣੇ ਪੈਂਦੇ ਨੇ, ਗੋਡੇ ਘਸਾਉਣੇ ਪੈਂਦੇ ਨੇ, ਲੋਕ ਬੁੜੇ ਹੋ ਜਾਂਦੇ ਨੇ, ਪਰ ਉਹਨਾਂ ਦੇ ਉੱਤੇ ਜਿਹੜੇ ਚੱਲਦੇ ਕੇਸ ਨੇ ਉਹ ਨਹੀਂ ਨਿਬੜਦੇ। ਆਮ ਜੀਵਨ ਹੈ ਉਹਦੇ ਵਿੱਚ ਵੀ ਜਿਹੜੇ ਆਮ ਅਧਿਕਾਰ ਨੇ, ਚਾਹੇ ਹਸਪਤਾਲਾਂ ਦੇ, ਜਿਵੇਂ ਪੁਲਿਸ ਥਾਣਿਆਂ ਦੀ ਗੱਲ ਕੀਤੀ ਹੈ, ਉੱਥੇ ਵੀ ਕਿਸੇ ਤਰ੍ਹਾਂ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ। ਤਾਂ ਆਖਿਰ ਭਾਰਤੀ ਸਟੇਟ ਚਾਹੁੰਦੀ ਕੀ ਹੈ? ਭਾਰਤੀ ਸਟੇਟ ਨੂੰ ਲੱਗਦਾ ਹੈ ਕਿ ਇੱਦਾਂ ਲੋਕਾਂ ਨੂੰ ਕਿਵੇਂ ਦਬਾਇਆ ਜਾ ਸਕਦਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਜਥੇਦਾਰ ਮਹਾਵੀਰ ਸਿੰਘ ਸੁਲਤਾਨਵਿੰਡ, ਜਥੇਦਾਰ ਹਵਾਰਾ ਕਮੇਟੀ ਮੈਂਬਰ। ਅੱਜ ਦਾ ਜੋ ਦਿਹਾੜਾ ਮਨਾਇਆ ਜਾ ਰਿਹਾ, ਤੁਸੀਂ ਜੋ ਸਵਾਲ ਕੀਤਾ ਵਾ
ਵੀ ਇੱਥੇ ਭਾਰਤ ਦੇ ਵਿੱਚ ਕਿਵੇਂ ਮਨੁੱਖੀ ਅਧਿਕਾਰਾਂ ਦੀ ਕੋਈ ਰਾਖੀ ਨਹੀਂ ਕੀਤੀ ਜਾ ਰਹੀ। ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਆ, ਇਹਨਾਂ ਨੂੰ ਤਾਂ ਕੋਹ ਕੇ ਮਾਰਿਆ ਇਹਨਾਂ ਨੇ। ਥਾਣਿਆਂ ਦੇ ਵਿੱਚ ਇਹਨਾਂ ਨੂੰ ਚੀਰਿਆ ਗਿਆ, ਪਾੜਿਆ ਗਿਆ, ਸਾਡੀਆਂ ਮਾਤਾਵਾਂ ਭੈਣਾਂ ਨੂੰ ਚੁੱਕ ਕੇ ਮਾਰ ਦਿੱਤਾ ਗਿਆ। ਅਜੇ ਤੱਕ ਨਹੀਂ ਲੱਭੀਆਂ। ਜਿਨ੍ਹਾਂ ਦੇ ਬੱਚੇ ਲੱਭ ਰਹੇ ਆ, ਮੇਰੀ ਮਾਂ ਨਹੀਂ ਲੱਭ ਰਹੀ, ਕੋਈ ਆਪਣੇ ਪਿਤਾ ਨੂੰ ਲੱਭ ਰਿਹਾ ਵਾ। ਅਣਪਛਾਤੇ ਕਹਿ ਕੇ ਇਹਨਾਂ ਲਾਸ਼ਾਂ ਜਿਹੜੀਆਂ ਵਾ ਸਾਡੇ ਨੌਜਵਾਨਾਂ ਦੀਆਂ ਸਾੜ ਦਿੱਤੀਆਂ ਗਈਆਂ, ਜਿਨ੍ਹਾਂ ਦਾ ਰਿਕਾਰਡ ਵੀ ਕੋਈ ਨਹੀਂ ਸੀ ਲੱਭ ਰਿਹਾ। ਜੇ ਜਸਵੰਤ ਸਿੰਘ ਖਾਲੜੇ ਨੇ ਰਿਕਾਰਡ ਲੱਭਣ ਦੀ ਕੋਸ਼ਿਸ਼ ਕੀਤੀ ਤੇ ਉਹਨੂੰ ਆਪਣੀ ਜਾਨ ਗਵਾਉਣੀ ਪਈ। ਕਿਹੜੇ ਮਨੁੱਖੀ ਅਧਿਕਾਰਾਂ ਦੀ ਅਸੀਂ ਗੱਲ ਕਰ ਰਹੇ ਹਾਂ? ਕਿਹੜੇ ਮਨੁੱਖੀ ਅਧਿਕਾਰਾਂ ਦੇ ਸਦਾਗਰ ਆ ਇਹ ਭਾਰਤ ਦੇ ਲੋਕ? ਇਹ ਤਾਂ ਕੋਈ ਵੀ ਇਸੇ ਸਟੇਟਾਂ ਦੇ ਲੋਕ ਇਹ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਆ। ਇਹਨਾਂ ਨੂੰ ਦੱਬ ਕੇ, ਕੁੱਟ ਕੇ, ਮਾਰ ਕੇ, ਲੋਕਾਂ ਨੂੰ ਉਹਨਾਂ ਦੀ ਆਵਾਜ਼ ਨੂੰ ਦੱਬ ਕੇ ਇਹ ਸਿਆਸੀ ਲੋਕ ਆਪਣਾ ਰਾਜ ਹੀ ਸਥਾਪਿਤ ਕਰਨਾ ਚਾਹੁੰਦੇ। ਇਹਦੇ ਤੋਂ ਵੱਧ ਭਾਈ ਸਾਹਿਬ ਕੋਈ ਗੱਲ ਨਹੀਂ ਇਹਨਾਂ ਦੀ। ਜਿਵੇਂ ਉਰੇ ਬੈਨਰ ਫੜੇ ਹੋਏ ਨੇ ਹੱਥਾਂ ਦੇ ਵਿੱਚ, ਤਾਂ ਉਹਨਾਂ ਸਿੰਘਾਂ ਦੀਆਂ ਫੋਟੋਆਂ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ। ਜਥੇਦਾਰ ਜਗਤਾਰ ਸਿੰਘ ਹਵਾਰਾ ਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਸ਼ਮਸ਼ੇਰ ਸਿੰਘ ਜੀ, ਭਾਈ ਗੁਰਮੀਤ ਸਿੰਘ ਜੀ, ਤਾਂ ਹੋਰ ਵੀ ਅਨੇਕਾਂ ਤਸਵੀਰਾਂ ਨੇ। ਤਾਂ 500 ਦੇ ਕਰੀਬ ਸਿੰਘ ਨੇ ਜਿਹੜੇ ਭਾਰਤੀ ਜੇਲ੍ਹਾਂ ਦੇ ਵਿੱਚ ਬੰਦ ਨੇ। ਇਹ ਸਿਰਫ ਪੰਜਾਬ ਦੇ ਨੇ, ਪੂਰੇ ਭਾਰਤ ਦੀ ਗਿਣਤੀ ਕੀਤੀ ਜਾਵੇ ਤਾਂ ਹਜ਼ਾਰਾਂ ਦੇ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਚਲੀ ਜਾਂਦੀ ਹੈ ਜਿਹੜੇ ਆਪਣੇ ਅਧਿਕਾਰਾਂ ਦੀ ਗੱਲਬਾਤ ਕਰਦੇ ਨੇ ਜਾਂ ਸਟੇਟ ਦੀ ਕਿਸੇ ਪਾਲਿਸੀ ਦੇ ਨਾਲ ਸਹਿਮਤ ਨਹੀਂ, ਉਹ ਸਟੇਟ ਦੀ ਕਿਸੇ ਪਾਲਿਸੀ ਦੀ ਵਿਰੋਧਤਾ ਕਰਦੇ ਨੇ। ਵਿਰੋਧਤਾ ਕਰਨੀ ਮਨੁੱਖ ਦਾ ਅਧਿਕਾਰ ਹੈ, ਪਰ ਸਟੇਟ ਉਸ ਦੇ ਬਦਲੇ ਲੋਕਾਂ ਨੂੰ ਕੀ ਦਿੰਦੀ ਹੈ? ਸਟੇਟ ਉਸ ਦੇ ਬਦਲੇ ਲੋਕਾਂ ਨੂੰ ਦਿੰਦੀ ਹੈ ਜੇਲ੍ਹਾਂ ਜਾਂ ਗੋਲੀ ਜਾਂ ਫਾਂਸੀ ਜਾਂ ਫਿਰ ਮੌਤ। ਜਿਵੇਂ ਕਿ ਗੱਲਬਾਤ ਕੀਤੀ ਹੈ ਇਹਨਾਂ ਨੇ ਕਿ ਜਿਹੜੇ ਅਧਿਕਾਰਾਂ ਦੀ ਗੱਲਬਾਤ ਕਰਦੇ ਨੇ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਤਾਂ ਹਵਾਰਾ ਕਮੇਟੀ ਚਾਹੁੰਦੀ ਕੀ ਹੈ? ਹੁਣ ਤੁਸੀਂ ਅੱਜ ਸਰਕਾਰ ਤੋਂ ਮੰਗ ਕੀ ਕਰਦੇ ਹੋ? ਵਿਸ਼ਵ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ, ਭਾਰਤ ਸਰਕਾਰ ਵੀ ਵੱਡੇ ਪੱਧਰ ਤੇ ਮਨਾ ਰਹੀ ਹੈ। ਹਵਾਰਾ ਕਮੇਟੀ ਸਰਕਾਰ ਤੋਂ ਕੀ ਮੰਗ ਕਰਦੀ ਹੈ? ਭਾਈ ਸਾਹਿਬ, ਹਵਾਰਾ ਕਮੇਟੀ ਦਾ ਮਫਾਦ ਇਹੋ ਹੀ ਆ ਕਿ ਅਸੀਂ ਮੁਲਕ ਨੂੰ, ਜਿਹੜੀ ਮੁਲਕ ਦੀ ਗਵਰਨਮੈਂਟ ਆ, ਉਹਨੂੰ ਸੁੱਤੀ ਨੀਂਦ ਤੋਂ ਜਗਾਈਏ। ਕਿ ਤੁਸੀਂ ਅੱਜ ਦਿਹਾੜਾ ਹਿਊਮਨ ਰਾਈਟਸ ਡੇ ਦਾ ਮਨਾਉਣਾ, ਪਰ ਉਸ 'ਤੇ ਪਹਿਰਾ ਕਦੋਂ ਦੇਣਾ? ਬੰਦੀ ਸਿੰਘ ਜਿਨ੍ਹਾਂ ਨੇ 26 ਸਾਲ ਜੇਲ੍ਹਾਂ ਕੱਟ ਲੀਆਂ ਨੇ, ਸਜ਼ਾ ਪੂਰੀ ਹੋ ਗਈ ਆ, ਉਹਨਾਂ ਨੂੰ ਕਦੋਂ ਛੱਡਣਾ? ਮੈਂ ਇੱਕ ਬੜਾ ਪੁਆਇੰਟ ਤੁਹਾਨੂੰ ਦੱਸ ਦਿੰਦਾ। ਆਪਣੇ ਸੂਬਾ ਸਰਕਾਰ ਦੇ ਡਿਪਟੀ ਮੁੱਖ ਮੰਤਰੀ ਦਾ, ਸੁਖਬੀਰ ਸਿੰਘ ਬਾਦਲ ਦਾ, ਉਹਦਾ ਇੱਕ ਬਿਆਨ ਆਇਆ ਸੀ ਕਿ ਜਥੇਦਾਰ ਹਵਾਰਾ ਜਿਹੜਾ ਵਾ ਉਹ ਕਨਵਿਕਟ ਹੈ, ਕਾਤਲ ਹੈ, ਉਹ ਕੌਮ ਨੂੰ ਸੇਧ ਨਹੀਂ ਦੇ ਸਕਦਾ। ਅੱਜ ਦੀ ਸਦਰਮ 'ਚ ਗੱਲ ਕਰੋ ਤੇ ਭਾਈ ਰਾਜੋਵਾਣੇ ਦੀ ਉਹ ਗੱਲ ਕਰਦੇ ਨੇ ਕਿ ਉਹ ਜਰਨੈਲ ਹੈ ਤੇ ਉਹਨੂੰ ਛੱਡਣ ਲਈ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਪੂਰਾ ਜ਼ੋਰ ਲਾਏਗੀ। ਕਾਰਾ ਦੋਨਾਂ ਨੇ ਇੱਕੋ ਹੀ ਕੀਤਾ, ਮਾਰਿਆ ਬੇਅੰਤ ਸਿੰਘ ਬੁੱਚੜ ਨੂੰ। ਇਹ ਵੇਖੋ ਇਹਨਾਂ ਦੀ ਪਲੈਨਿੰਗਸ ਕੀ ਨੇ, ਇਹਨਾਂ ਦੀ ਮਨਸ਼ਾ ਕੀ ਹੈ ਸਾਡੀ ਸਟੇਟ ਗਵਰਨਮੈਂਟ ਦੀ, ਕਿ ਦੋ ਫੜ ਕਰਕੇ ਰੱਖਣਾ। ਦੋਨੋਂ ਸਿੰਘਾਂ ਦਾ ਇੱਕੋ ਹੀ ਘਰ ਹੈ, ਇੱਕ ਨੂੰ ਜਿਹੜਾ ਵਾ ਜਰਨੈਲ ਆਖਦੇ ਨੇ ਤੇ ਇੱਕ ਨੂੰ ਕਾਤਲ ਆਖਦੇ ਨੇ। ਇਸ ਕਰਕੇ ਆਖਦੇ ਨੇ ਕਿ ਆਪਸ 'ਚ ਲੜਦੇ ਮਰਦੇ ਰਹਿਣ। ਇਹ ਜਿਹੜੀਆਂ ਸਾਨੂੰ ਚਾਲਾਂ ਸਮਝਣੀਆਂ ਪੈਣਗੀਆਂ। ਦੂਜੀ ਜਿਹੜੀ ਤੁਸੀਂ ਸਾਨੂੰ ਸਵਾਲ ਪੁੱਛਿਆ ਕਿ ਅਸੀਂ ਕੀ ਚਾਹੁੰਦੇ ਹਾਂ, ਅਸੀਂ ਪੋਲੀਟੀਕਲ ਪ੍ਰਿਜ਼ਨਰ ਦੀ ਜਿਹੜੀ ਆ ਰਿਲੀਜ਼ ਚਾਹੁੰਦੇ ਹਾਂ। ਜਿਨ੍ਹਾਂ ਨੇ ਆਪਣੀ ਸਜ਼ਾ ਕੱਟ ਲਈ ਆ ਉਹਨਾਂ ਨੂੰ ਇੱਕਦਮ ਤੁਰੰਤ ਰਿਹਾ ਕਰੇ। ਦੂਜੀ ਗੱਲ, ਜਿਹੜੇ ਜੇਲ੍ਹਾਂ ਦੇ ਵਿੱਚ ਜਿਨ੍ਹਾਂ ਦੀ ਹਜੇ ਕੋਈ ਪੈਂਡਿੰਗ ਆ ਸੈਂਟੈਂਸ, ਉਹਨਾਂ ਦੀ ਸਹੀ ਹਿਊਮਨ ਰਾਈਟਸ ਦੇ ਤਰੀਕੇ ਦੇ ਨਾਲ ਦੇਖਭਾਲ ਕੀਤੀ ਜਾਣੀ ਚਾਹੀਦੀ ਆ। ਉਹਨਾਂ ਨੂੰ ਟਾਈਮ ਸਿਰ ਰੋਟੀ ਦਿੱਤੀ ਜਾਣੀ ਚਾਹੀਦੀ ਆ, ਟਾਈਮ ਸਿਰ ਪਾਣੀ ਦਿੱਤਾ ਜਾਣਾ ਚਾਹੀਦਾ, ਟਾਈਮ ਸਿਰ ਉਹਨਾਂ ਨੂੰ ਖੁੱਲ੍ਹਾ ਛੱਡਣਾ ਚਾਹੀਦਾ ਬਾਹਰ, ਜਿਹੜਾ ਤੁਰ ਫਿਰ ਸਕਣ। ਹੁਣ ਆਇਆ ਇਸ ਗੱਲ ਦਾ ਮੈਂ ਤੁਹਾਨੂੰ ਕਿੱਥੋਂ ਯਕੀਨ ਦਿਵਾਵਾਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਪੈਸ਼ਲ ਸੈੱਲ 'ਚ ਰੱਖਿਆ, ਉਹਨਾਂ ਨੂੰ ਧੁੱਪ ਵੀ ਨਸੀਬ ਨਹੀਂ ਹੋਣ ਦਿੰਦੇ। ਨਹੀਂ ਧੁੱਪ ਨਸੀਬ ਹੁੰਦੀ ਸੀ, ਉਹਨਾਂ ਦੀ ਅੱਖਾਂ ਦੀ ਰੌਸ਼ਨੀ ਜਿਹੜੀ ਆ ਉਹ ਜਿਹੜੀ ਗੜਬੜ 'ਚ ਆ ਗਈ ਸੀ। ਆਇਆ ਫਿਰ ਸਾਨੂੰ ਸੁਪਰਡੈਂਟ ਦੇ ਨਹੀਂ ਇਹ ਗੱਲ ਮੰਨੀ, ਹਾਈ ਕੋਰਟ 'ਚ ਜਾ ਕੇ ਰੇਟ ਕਰਨੀ ਪਈ, ਦਿੱਲੀ ਹਾਈ ਕੋਰਟ 'ਚ ਵੀ ਇਹ ਤੇ ਰੌਸ਼ਨੀ ਚਲੇ ਜਾਏਗੀ। ਇਹ ਵੀ ਹਿਊਮਨ ਰਾਈਟਸ ਦੀ ਗੱਲ ਹੈਗੀ ਆ ਕਿ ਸਾਨੂੰ ਜਿਹੜੀ ਆ ਲਾਈਟ ਦੀ ਜਿਹੜੀ ਆ ਸਨਲਾਈਟ ਆ ਉਹ ਜ਼ਰੂਰੀ ਆ ਅੱਖਾਂ ਵਾਸਤੇ। ਤੇ ਜਿਹੜੀ ਛੋਟੀ ਛੋਟੀ ਗੱਲ ਆ ਉਹ ਵੀ ਸਾਨੂੰ ਹਾਈ ਕੋਰਟ 'ਚੋਂ ਜਾ ਕੇ ਜਾਂ ਸੁਪਰੀਮ ਕੋਰਟ 'ਚੋਂ ਆ ਕੇ ਲੈਣੀ ਪੈਂਦੀ ਆ। ਤੇ ਇਸ ਮੁਲਕ ਦਾ ਹਿਊਮਨ ਰਾਈਟਸ ਕਿੱਥੇ ਸੇਵ ਹੋ ਸਕਦਾ? ਇਹ ਦੂਜੀ ਗੱਲ ਅਸੀਂ ਜਿਹੜੀ ਕਰਦੇ ਹਾਂ, ਮਾਨਵਤਾ ਦੀ ਗੱਲ ਕਰਦੇ ਹਾਂ ਕਿ ਸਿੱਖ ਪੋਲੀਟੀਕਲ ਪ੍ਰਿਜ਼ਨਰਾਂ ਤੋਂ ਤੇ ਛੱਡਣ ਦੀ ਦਵਾਈ ਅਸੀਂ ਪਾਉਂਦੇ ਹੀ ਪਾਉਂਦੇ ਹਾਂ। ਹੋਰ ਵੀ ਜੇ ਕੋਈ ਹੈਗੇ ਨੇ ਉਹਨਾਂ ਨੂੰ ਵੀ ਇੱਕਦਮ ਛੱਡ ਦੇਣਾ ਚਾਹੀਦਾ। ਖਾਸ ਕਰਕੇ ਜਿਹੜਾ ਵਤੀਰਾ ਨਕਸਲਵਾਦੀਆਂ ਨਾਲ ਹੋ ਰਿਹਾ ਆਇਆ ਇਸ ਮੁਲਕ 'ਚ ਕੀ ਬਣੂਗਾ? ਤੁਸੀਂ ਇਸ ਗੱਲ ਨੂੰ ਥੋੜ੍ਹਾ ਜਿਹਾ, ਹੁਣ ਆਪਾਂ ਜੇ ਗੱਲ ਕਰ ਹੀ ਲਈ ਆ, ਇਹਨੂੰ ਮੈਂ ਤੁਹਾਨੂੰ ਦੱਸਦਾ, ਇਸ ਕੰਟਰੀ 'ਚ ਸਟੇਬਿਲਿਟੀ ਕਿੱਥੋਂ ਲੱਭਦੇ ਹੋ? ਜੰਮੂ ਕਸ਼ਮੀਰ 'ਚ ਰੋਜ਼ ਉੱਥੇ ਫਾਇਰਿੰਗ ਹੁੰਦੀ ਆ,
ਰੋਜ਼ ਬੰਦੇ ਮਰਦੇ ਨੇ, ਉਧਰ ਦੀ ਫੌਜ ਦੇ ਵੀ ਮਰਦੇ ਨੇ, ਇੱਧਰ ਦੀ ਵੀ ਮਰਦੇ ਨੇ, ਇੱਥੋਂ ਦੇ ਸਿਵਲੀਅਨ ਵੀ ਮਰਦੇ ਨੇ। ਈਸਟ 'ਚ ਚਲੇ ਜਾਂਦੇ ਆ, ਝਾਰਖੰਡ ਰੋਜ਼ ਗੋਲੀ ਚੱਲਦੀ ਆ, ਅਸਾਮ ਚਲੇ ਜਾਂਦੇ ਆ, ਉੱਥੇ ਰੋਜ਼ ਗੋਲੀ ਚੱਲਦੀ ਆ। ਨਾਗਾਲੈਂਡ ਵਾਲੇ ਆਪਣਾ ਝੰਡਾ ਚੁੱਕੀ ਫਿਰਦੇ ਆ ਕਿ ਤੁਸੀਂ ਸਾਨੂੰ ਬਦੋਬਦੀ ਇਸ ਮੁਲਕ 'ਚ ਪਾਇਆ, ਅਸੀਂ ਇੱਥੇ ਰੌਲਾ ਪਾਈ ਜਾਂਦੇ ਹਾਂ, ਤੁਸੀਂ ਹਿਊਮਨ ਰਾਈਟਸ ਦੀ ਜਿਹੜੀ ਆ ਸਾਡੀ ਖਾਣ ਕਰਦੇ ਪਏ ਹੋ, ਸਾਨੂੰ ਇਨਸਾਫ ਨਹੀਂ ਦਿੰਦੇ। ਕਿੱਥੇ ਮੁਲਕ ਦੀ ਸਟੇਬਿਲਿਟੀ ਕਿੱਥੇ ਆ? ਹਰ ਸਟੇਟ ਦਾ ਹਰ ਕੋਨੇ ਦੇ ਵਿੱਚ ਤੇ ਰੌਲਾ ਪੈਂਦੇ ਆ ਮੁਲਕ ਦੇ ਕਿ ਇੱਥੇ ਘਾਣ ਹੋ ਰਿਹਾ, ਮਨੁੱਖਤਾ ਦਾ ਘਾਣ ਹੋ ਰਿਹਾ, ਮਨੁੱਖਤਾ ਦਾ ਘਾਣ ਹੋ ਰਿਹਾ, ਤੇ ਤੁਸੀਂ ਕਹਿੰਦੇ ਅਸੀਂ ਹਿਊਮਨ ਰਾਈਟਸ ਡੇ ਮਨਾ ਰਹੇ ਹਾਂ ਇਸ ਮੁਲਕ 'ਚ। ਕਾਹਦਾ ਹਿਊਮਨ ਰਾਈਟਸ ਡੇ ਆ ਜਦੋਂ ਤੁਹਾਡਾ ਮੁਲਕ ਹੀ ਨਹੀਂ ਸਟੇਬਲ? ਆ 750 ਬੰਦਾ ਜਿਹੜਾ ਕਿਸਾਨ ਐਜੀਟੇਸ਼ਨ 'ਚ ਮਰਿਆ, ਕਿਉਂ ਮਰਿਆ? ਇੱਕ ਗਲਤ ਬਿੱਲ ਜਿਹੜਾ ਫੈਡਰਲ ਸਟਰਕਚਰ ਆ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਟੇਟ ਕੋ ਐਗਰੀਕਲਚਰ ਦੇ ਅਧਿਕਾਰ ਨੇ ਕਾਨੂੰਨ ਬਣਾਉਣ ਦੇ, ਤੁਸੀਂ ਗਲਤ ਇੱਕ ਬਿੱਲ ਬਣਾ ਦਿੱਤਾ। ਉਹਨੂੰ ਰਿਪੀਲ ਕਰਾਉਣ ਨੂੰ, ਸਹੀ ਗੱਲ ਕਹਿਣ ਨੂੰ ਲੋਕਾਂ ਨੇ ਉੱਥੇ ਧਰਨਾ ਲਾਇਆ। ਸਾਲ ਉੱਥੇ ਗਰਮੀ ਸਰਦੀ ਹੰਡਾਈ ਆ, ਤੇ ਉੱਥੇ ਜਿਹੜੇ ਇਹਨੇ ਸ਼ਹੀਦ ਹੋ ਗਏ ਸਿੰਘ, ਤੇ ਉਸ ਤੋਂ ਬਾਅਦ ਤੁਹਾਨੂੰ ਇਹ ਚੇਤਾ ਆਇਆ ਕਿ ਨਹੀਂ ਜੀ ਅਸੀਂ ਤਾਂ ਗਲਤ ਕਰ ਲਿਆ। ਉਹ 750 ਸਿੰਘਾਂ ਦਾ, ਜਾਂ ਉੱਥੇ ਜਿਨ੍ਹਾਂ ਨੇ ਤਸ਼ੱਦਦ ਚੱਲਿਆ ਹੈ, ਜਾਂ ਉੱਥੇ ਜਿਨ੍ਹਾਂ ਦੇ ਕੇਸ ਰਜਿਸਟਰ ਹੋਏ ਨੇ, ਜਾਂ ਸਰਕਾਰੀ ਮਸ਼ੀਨਰੀ ਦਾ, ਜਾਂ ਲੋਕਾਂ ਦੀਆਂ ਜਿਹੜੀਆਂ ਵਹੀਕਲ ਸੀ, ਜਾਂ ਲੋਕਾਂ ਦੀ ਮਾਇਆ ਦਾ ਕੀ ਹਿਸਾਬ ਆ ਤੁਹਾਡੇ ਕੋਲ? ਜਿਹੜੇ ਭਾਰਤੀ ਸੁਧਾਰ ਕਰਨੇ ਜੇਲ੍ਹਾਂ ਨੇ ਉਹਨਾਂ ਦੇ ਵਿੱਚ ਵੀ ਇਹੋ ਹਾਲ ਹੈ ਕਿ ਜੇਕਰ ਕੋਈ ਆਪਣੇ ਹੱਕਾਂ ਦੀ ਗੱਲ ਕਰਦਾ, ਜਾਂ ਤਾਂ ਉਹਦੀ ਪਿੱਠ ਉੱਤੇ ਅੱਤਵਾਦੀ ਲਿਖ ਦਿੱਤਾ ਜਾਂਦਾ ਆ, ਜਾਂ ਬੇਰਹਿਮੀ ਦੇ ਨਾਲ ਭਾਰਤੀ ਸੁਧਾਰ ਕਰ ਜੇਲ੍ਹਾਂ ਦੇ ਵਿੱਚ ਕਤਲ ਕਰ ਦਿੱਤੇ ਜਾਂਦੇ ਨੇ। ਤਾਂ ਜਿਨ੍ਹਾਂ ਲੋਕਾਂ ਨੂੰ ਭਾਰਤੀ ਸਟੇਟ ਗੁਨਾਹਗਾਰ ਮੰਨਦੀ ਹੈ, ਉਹਨਾਂ ਨੂੰ ਆਪਣੇ ਸੁਧਾਰ ਘਰਾਂ ਦੇ ਵਿੱਚ ਭੇਜਦੀ ਹੈ, ਤਾਂ ਉੱਥੇ ਹੀ ਉਹ ਸੁਰੱਖਿਅਤ ਨਹੀਂ। ਬਾਹਰ ਦੇ ਲੋਕ ਤਾਂ ਅਪੀਲਾਂ ਕਰਦੇ ਨੇ, ਤੁਸੀਂ ਅਪੀਲਾਂ ਕਰ ਰਹੇ ਹੋ, ਸਿੱਖ ਅਪੀਲਾਂ ਕਰ ਰਹੇ ਨੇ, ਨਾਗਾਲੈਂਡ ਦੇ ਲੋਕ ਅਪੀਲਾਂ ਕਰ ਰਹੇ ਨੇ। 13 ਨਾਗਾਲੈਂਡ ਦੇ ਜਿਹੜੇ ਇੱਕ ਪਿੰਡ ਦੇ ਵਸਨੀਕ ਸੀ, ਭਾਰਤੀ ਫੌਜ ਦੇ ਵੱਲੋਂ ਘਾਤ ਲਗਾ ਕੇ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ। ਤਾਂ ਲੋਕ ਦਹਾਈਆਂ ਪਾਉਂਦੇ ਨੇ, ਪਰ ਭਾਰਤੀ ਸਿਸਟਮ ਦੇ ਅੰਦਰ ਵੀ ਲੋਕ ਸੁਰੱਖਿਅਤ ਨੇ। ਭਾਈ ਸਾਹਿਬ, ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈਗੀ ਆ। ਅੱਜ ਰੀਸੈਂਟ ਐਗਜ਼ਾਮਪਲ ਆਇਆ, ਕੱਲ ਮਨਪ੍ਰੀਤ ਸਿੰਘ ਨਾਂ ਦੇ ਸਿੰਘ ਸੀ ਇੱਕ ਤਿਹਾੜ ਜੇਲ੍ਹ ਦੇ ਵਿੱਚ, ਉਹਨਾਂ ਦੇ ਪਹਿਲਾਂ ਕਤਲ ਕੇਸ ਜਿਹੜੇ ਆ ਉਹਨਾਂ ਨੂੰ ਕੱਟ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਦੇ ਗੁੱਟਾਂ ਦੇ ਨਿਸ਼ਾਨ ਨੇ ਕਿ ਰੱਸੀਆਂ ਦੇ ਨਿਸ਼ਾਨ ਨੇ, ਉਹਨਾਂ ਨੂੰ ਬੰਨ੍ਹ ਕੇ ਬੇਰਹਿਮੀ ਨਾਲ ਕੁੱਟਿਆ ਗਿਆ। ਤੇ ਜੇ ਸੁਧਾਰ ਕਰ 'ਚ ਹੀ ਬੰਦਾ ਸੇਫ ਨਹੀਂ ਹੈਗਾ, ਇਹ ਇੰਸਟੀਟਿਊਸ਼ਨ ਫੇਲ ਹੋ ਰਹੇ ਨੇ, ਇਹ ਮੁਲਕ ਫੇਲ ਹੋ ਰਿਹਾ ਹੈ, ਇਹ ਮੁਲਕ ਦਾ ਸਟਰਕਚਰ ਫੇਲ ਹੋ ਰਿਹਾ ਆਇਆ। ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਦਿੰਦਾ, ਜੇ ਇਹ ਮੁਲਕ ਆਪਣੇ ਸਟਰਕਚਰ ਨੂੰ ਨਹੀਂ ਚੇਂਜ ਕਰੇਗਾ, ਆਪਣੇ ਐਗਜ਼ੈਕਟਿਵ ਨੂੰ ਨਹੀਂ ਕੰਟਰੋਲ ਕਰੇਗਾ, ਇਹ ਮੁਲਕ ਇੱਕ ਦਿਨ ਤਹਿਸ ਨਹਿਸ ਹੋ ਜਾਏਗਾ। ਇਹ ਮੁਲਕ ਜਿੱਦਾਂ ਪਹਿਲਾਂ ਸੀ, ਜਿੱਦਾਂ ਪੰਜਾਬ ਇੱਕ ਵੱਖਰੀ ਰਿਆਸਤ ਸੀ, ਇੱਕ ਵੱਖਰਾ ਸੂਬਾ ਸੀ, ਹੈਦਰਾਬਾਦ ਇੱਕ ਵੱਖਰਾ ਨਿਜ਼ਾਮ ਸੀ, ਇਹ ਉੱਦਾਂ ਹੀ ਸਾਰਾ ਖਿੰਡ ਬਿੰਡ ਜਾਣਾ, ਤੇ ਤੁਸੀਂ ਹਿੰਦੁਸਤਾਨ ਕਿਤੇ ਤੁਹਾਨੂੰ ਲੱਭਣਾ ਹੀ ਨਹੀਂ ਆ। ਸੋ ਜੇ ਇਹਨੂੰ ਮੁਲਕ ਨੂੰ ਬਚਾਉਣਾ ਚਾਹੁੰਦੇ ਨੇ, ਤੇ ਇਹਨਾਂ ਨੂੰ ਆਪਣੇ ਆਪ ਨੂੰ ਚੇਂਜ ਕਰਨਾ ਪਏਗਾ, ਮਨੁੱਖਾਂ ਦੀ ਜਿਹੜੀ ਆ ਹੱਕਾਂ ਦੀ ਗੱਲ ਕਰਨੀ ਪਏਗੀ, ਆਪਣਾ ਸਿਸਟਮ ਚੇਂਜ ਕਰਨਾ ਪਏਗਾ, ਆਪਣੀ ਅਥਾਰਟੀਜ਼ ਨੂੰ ਬਿਲਕੁਲ ਲਾਮਬੰਦ ਕਰਨਾ ਪਏਗਾ, ਕਿਸੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ। ਹੁਣ ਆਇਆ ਇੱਕ ਗੱਲ ਹੋਰ ਆਪਾਂ ਲੈ ਲਈਏ, ਪੰਜਾਬ ਦੇ ਵਿੱਚ ਜਿੰਨੇ ਆਈਲੈਟ ਸੈਂਟਰ ਖੁੱਲ੍ਹ ਗਏ ਨੇ, ਉੱਥੋਂ ਤੁਸੀਂ ਕੀ ਪਾਪ ਲਾਉਂਦੇ ਹੋ? ਸਾਡੇ ਹਵਾਈ ਅੱਡੇ ਭਰੇ ਨੇ, ਨੌਜਵਾਨ ਜਿਹੜੇ ਇੱਥੋਂ ਦੀ ਕਰੀਮ ਆ, ਜਿਹੜੇ ਪੜ੍ਹੇ ਲਿਖੇ ਨੇ, ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਨੇ, ਉਹ ਇੱਥੇ ਰਹਿਣ ਨੂੰ ਤਿਆਰ ਨਹੀਂ ਆ। ਉਹ ਆਇਆ ਮੌਕਾ ਲੱਭਦੇ ਫਿਰਦੇ ਨੇ ਕਿ ਸਾਨੂੰ ਕਿਹੜੇ ਵੇਲੇ ਜਹਾਜ਼ ਚੜ੍ਹਾ ਦਿਓ ਤੇ ਅਸੀਂ ਇੱਥੋਂ ਉੱਡ ਜਾਈਏ। ਉਹਨਾਂ ਨੂੰ ਕਦੀ ਸਰਕਾਰ ਪੁੱਛਣ ਦੀ ਕੋਸ਼ਿਸ਼ ਕਰਦੀ ਹੈ ਵੀ ਕਿਉਂ ਤੁਸੀਂ ਇੰਨਾ ਬ੍ਰੇਨ ਡਰੇਨ ਕਿਉਂ ਹੋ ਰਿਹਾ ਹੈ ਪੰਜਾਬ 'ਚੋਂ? ਕਦੀ ਵੀ ਨਹੀਂ ਪੁੱਛਦੇ। ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋ ਕਿ ਇਸ ਕਰਕੇ ਭੱਜ ਰਹੇ ਨੇ ਕਿ ਇੱਥੇ ਕੋਈ ਹਿਊਮਨ ਰਾਈਟਸ ਦੀ ਗੱਲ ਨਹੀਂ ਆ, ਇੱਥੇ ਕੋਈ ਸੁਣਵਾਈ ਨਹੀਂ ਆ। ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ ਨੇ ਕਿ ਅਸੀਂ ਆਇਲਸ ਕਰਨ ਵਾਸਤੇ ਵਿਦਿਆਰਥੀਆਂ ਨੂੰ ਵਿਦੇਸ਼ ਦੇ ਵਿੱਚ ਜਾਣ ਵਾਸਤੇ ਅਸੀਂ ਉਹਨਾਂ ਨੂੰ ਲੋਨ ਦੇਵਾਂਗੇ। ਭਾਈ ਸਾਹਿਬ, ਇਹੋ ਹੀ ਤੇ ਮਨਸ਼ਾ ਵਾ। ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਦਾ ਕਦੀ ਇਹ ਮਫਾਦ ਨਹੀਂ ਹੋਏਗਾ, ਜਾਂ ਕਦੀ ਇਹ ਨੀਤੀ ਨਹੀਂ ਹੋਏਗੀ ਕਿ ਹਿਊਮਨ ਰਾਈਟਸ ਦੀ ਗੱਲ ਕਰੀਏ। ਉਹਨਾਂ ਦਾ ਮਫਾਦ ਇਹੋ ਹੀ ਹੋਏਗਾ ਕਿ ਅਸੀਂ ਸੱਤਾ ਕਿੱਦਾਂ ਹਾਸਲ ਕਰਨੀ ਆ, ਭਾਵੇਂ ਕਿਸੇ ਦਾ ਸਿਰ ਵੱਢ ਕੇ ਕਰ ਲਓ, ਭਾਵੇਂ ਕਿਸੇ ਦੇ ਸਿਰ ਤੇ ਪੈਰ ਰੱਖ ਕੇ ਕਰ ਲਓ। ਇਹ ਰਾਜਨੀਤੀ ਜਿਹੜੀ ਆ ਬੜੀ ਗਲਤ ਤਰੀਕੇ ਦੇ ਨਾਲ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਿੱਖਾਂ ਦੇ ਹੱਕਾਂ ਦੀ ਗੱਲ ਕਰਨੀ ਸੀ, ਜਿਨ੍ਹਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਠੀਕ ਕਰਨਾ ਸੀ, ਉਹ ਜਿਹੜੇ ਪੰਥਕ ਆਪਣੇ ਆਪ ਨੂੰ ਕਹਿੰਦੇ ਸੀ, ਉਹ ਆਪ ਹੀ ਆਪਣੀਆਂ ਗੱਲਾਂ ਤੋਂ ਭੱਜੇ ਫਿਰਦੇ ਨੇ। ਆਇਆ ਇਹ ਗੱਲ ਨੂੰ ਮਹਿਸੂਸ ਕਰ ਲੋਗੇ ਤੁਸੀਂ ਕਿ ਪੰਥਕ ਖਮਾਉਣ ਵਾਲੀ ਸਰਕਾਰ ਦੇ ਵੇਲੇ ਇੱਕ ਢੋਂਗੀ ਰਾਮ ਰਹੀਮ, ਉਹ ਤੁਹਾਡੇ ਸੂਬੇ 'ਚ ਆ ਕੇ ਤੁਹਾਡੇ ਇਸ਼ਟ ਦੀ ਬੇਅਦਬੀ ਕਰਾਉਂਦਾ ਫਿਰੇ, ਤੇ ਤੁਹਾਡੇ ਹੀ ਲੋਕ ਜਿਹੜੇ ਨੇ ਉਹਦੀ ਐਜੀਟੇਸ਼ਨ ਕਰਨ ਕਿ ਇਹ ਗਲਤ ਹੋ ਰਿਹਾ, ਤੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਣ, ਤੇ ਉਹਨਾਂ ਨੂੰ ਅੱਜ ਤੱਕ ਇਨਸਾਫ ਨਾ ਮਿਲੇ। 2015 ਦੀ ਗੱਲ ਹੈ। ਸੋ ਇੱਦਾਂ ਦਾ ਜਿਹੜਾ ਸਿਸਟਮ ਹੈਗਾ, ਅਸੀਂ ਇਹਦੇ ਵਿੱਚ ਸੁਰੱਖਿਅਤ ਨਹੀਂ ਹੈਗੇ। ਆਇਆ ਇੱਥੇ ਤੱਕ ਲੋਕ ਡਰਨ ਲੱਗ ਗਏ ਨੇ ਕਿ ਜੇ ਕੋਈ ਬੱਚਾ, ਨੌਜਵਾਨ ਬੱਚਾ ਜਾਂ ਬੱਚੀ ਆਪਣੇ ਘਰੋਂ
ਦੂਰ ਪੜ੍ਹਨ ਲਈ ਵੀ ਜਾਂਦੀ ਹੈ ਤੇ ਮਾਪਿਆਂ ਨੂੰ ਡਰ ਲੱਗਦਾ, ਪਤਾ ਨਹੀਂ ਮੇਰੀ ਕੁੜੀ ਨੇ ਠੀਕ ਠਾਕ ਆਉਣਾ ਹੈ ਕਿ ਨਹੀਂ ਆਉਣਾ, ਮੇਰੇ ਮੁੰਡੇ ਨੇ ਠੀਕ ਠਾਕ ਆਉਣਾ ਹੈ ਕਿ ਨਹੀਂ ਆਉਣਾ। ਨਸ਼ੇ ਦਾ ਐਡਾ ਇੱਥੇ ਸਾਡੇ ਸੂਬੇ 'ਚ ਆਲਮ ਹੈ ਕਿ ਮੈਂ ਆਮ ਤੌਰ 'ਤੇ ਹੀ ਅਸੀਂ ਪਿੰਡਾਂ 'ਚ ਜਾ ਕੇ ਦੇਖ ਲਈਏ, ਲੋਕ ਬੱਚਿਆਂ ਨੇ ਹੱਥ 'ਚ ਟੀਕੇ ਫੜੇ ਨੇ, ਭੱਜੇ ਫਿਰਦੇ ਨੇ, ਕੋਈ ਵਿਹਲੀ ਥਾਂ ਲੱਭਦੀ ਆ ਉੱਥੇ ਟੀਕਿਆਂ ਦੇ ਢੇਰ ਲੱਗੇ ਨੇ। ਆਇਆ ਇਹ ਪੁਲਿਸ ਵਾਲਿਆਂ ਨੂੰ ਨਹੀਂ ਵੇਖਦਾ। ਮੈਂ ਤੇ ਇੱਥੇ ਤੱਕ ਗੱਲ ਕਹਿਣ ਨੂੰ ਤਿਆਰ ਹਾਂ ਕਿ ਪੰਜਾਬ ਸਰਕਾਰ ਅੱਜ ਸਾਰੇ ਮੁਲਾਜ਼ਮਾਂ ਦਾ, ਜਿਹੜੇ ਇਹਨਾਂ ਦੇ ਪੁਲਿਸ ਦੇ ਮੁਲਾਜ਼ਮ ਨੇ, ਸਾਰਿਆਂ ਦਾ ਡੋਪ ਟੈਸਟ ਕਰਾ ਲਓ, 90% ਇਹਨਾਂ ਦੇ ਪੋਜ਼ਿਟਿਵ ਆ ਜਾਣੇ ਨੇ। ਪੁਲਿਸ ਵਾਲੇ ਆਪ ਜਿਹੜੇ ਡਰੱਗ ਲੈਂਦੇ ਨੇ, ਆਪ ਇਹ ਆਪਣੇ ਇੰਜੈਕਸ਼ਨ ਲਾਉਂਦੇ ਨੇ, ਆਪ ਨਸ਼ਾ ਵੇਚ ਰਹੇ ਨੇ। ਪੁਲਿਸ ਦੀ ਸ਼ਹਿ ਤੋਂ ਬਗੈਰ ਨਸ਼ਾ ਵੇਖ ਹੀ ਨਹੀਂ ਸਕਦਾ। ਮੈਂ ਜੰਡਿਆਲੀ ਗੁਰੂ ਤੋਂ ਮੇਰਾ ਹੋਮ ਟਾਊਨ ਆ ਜੀ, ਜਿਸ ਏਰੀਏ 'ਚ ਮੈਂ ਰਹਿਣਾ, ਮੈਂ ਪਤਾ ਨਹੀਂ ਤਕਰੀਬਨ 2-4 ਦਿਨ ਤੋਂ ਇੱਥੇ ਆਇਆ, ਮੈਂ 15-16 ਨੌਜਵਾਨ ਰੋਜ਼ ਦੇਖਦਾ ਜਿਹੜਾ ਟੀਕਾ ਲਾ ਕੇ ਕੋਈ ਇੱਧਰ ਨੂੰ ਡਿੱਗਾ ਪਿਆ, ਕੋਈ ਇੱਧਰ ਨੂੰ ਡਿੱਗਾ ਪਿਆ, ਕੋਈ ਕਿਸੇ ਨੂੰ ਕੋਈ ਕੰਟਰੋਲ ਹੀ ਨਹੀਂ ਹੈਗਾ। ਆਰਾਮ ਨਾਲ ਉਹ ਜਿੱਥੋਂ ਨਸ਼ਾ ਵਿਕਦਾ ਉੱਥੋਂ ਲੈਂਦੇ ਨੇ, ਟੀਕਾ ਲਾਉਂਦੇ ਨੇ, ਜਿਹੜਾ ਤੇ ਉਹਨੂੰ ਝੱਲ ਲੈਂਦਾ ਉਹ ਘਰੇ ਚਲੇ ਜਾਂਦਾ ਤੇ ਜਿਹੜਾ ਨਹੀਂ ਚੱਲਦਾ ਉੱਥੇ ਡਿੱਗਾ ਹੁੰਦਾ। ਐਡਵੋਕੇਟ ਦਲਸ਼ੇਰ ਸਿੰਘ ਜੀ, ਆਖਰੀ ਸਵਾਲ ਹੈ ਕਿ ਮੌਜੂਦਾ ਦੌਰ ਦੇ ਵਿੱਚ ਜਾਂ ਜਿਸ ਤਰ੍ਹਾਂ ਦਾ ਸਿਸਟਮ ਭਾਰਤੀ ਸਟੇਟ ਚਲਾ ਰਹੀ ਆ, ਉਹਦੇ ਵਿੱਚ ਤੁਸੀਂ ਇਨਸਾਫ ਦੀ ਉਮੀਦ ਕਰਦੇ ਹੋ? ਭਾਈ ਸਾਹਿਬ, ਜਿੱਦਾਂ ਦਾ ਸਿਸਟਮ ਹੈਗਾ ਇੱਥੇ ਇਨਸਾਫ ਤੇ ਦੂਰ ਦੂਰ ਵੀ ਨਹੀਂ ਹੈਗਾ। ਇਹ ਜੇ ਇਨਸਾਫ ਦੀ ਗੱਲ ਕਰੀਏ, ਮੈਂ ਇਹਨੂੰ ਫਿਰ ਸਧਰਮ 'ਚ ਲੈ ਜਾਂ, ਦੂਰ ਚਲੇ ਜਾਈਏ। ਜਦੋਂ ਇੰਦਰਾ ਗਾਂਧੀ ਦਾ ਕਤਲ ਕਰ ਦਿੱਤਾ ਗਿਆ, ਉਹਦੇ ਵਿੱਚ 3 ਸੱਜਣਾਂ ਨੂੰ ਜਿਹੜਾ ਇਹਨਾਂ ਨੇ ਫਾਂਸੀ ਦੀ, 2 ਸੱਜਣਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ। ਸ਼ਹੀਦ ਬੇਅੰਤ ਸਿੰਘ ਨੂੰ ਤੇ ਮੌਕੇ 'ਤੇ ਹੀ ਜਿਹੜਾ ਉਹਨਾਂ ਨੇ ਸ਼ਹੀਦ ਕਰਤਾ ਸੀ। ਸਤਵੰਤ ਸਿੰਘ ਨੂੰ ਵੀ ਫਾਂਸੀ ਦੀ ਸਜ਼ਾ ਹੋਈ ਤੇ ਉਹਨਾਂ ਦੇ ਜਿਹੜੇ ਸਾਥੀ ਕੇਰ ਸਿੰਘ, ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋਈ। ਫਾਂਸੀ ਦੇਣ ਵਾਲਾ 3 ਬੈਂਚ ਸੀ, 2 ਹਿੰਦੂ ਜੱਜ ਸਨ, 1 ਮੁਸਲਿਮ ਜੱਜ ਸੀ। ਉਹਨੇ ਇਹ ਗੱਲ ਤੋਂ ਕਿਹਾ ਸੀ ਕਿ ਬੇਅੰਤ ਸਿੰਘ ਨੂੰ ਮੌਕੇ 'ਤੇ ਸਜ਼ਾ ਮਿਲ ਗਈ ਆ, ਸਤਵੰਤ ਸਿੰਘ ਦੀ ਫਾਂਸੀ ਠੀਕ ਆ, ਕੇਰ ਸਿੰਘ ਦਾ ਕੋਈ ਰੋਲ ਨਹੀਂ, ਉਹਨੇ ਕੋਈ ਗੋਲੀ ਨਹੀਂ ਚਲਾਈ। 120 ਥੱਲੇ ਉਹ ਜੱਜ ਦੇ ਕਹਿਣ ਦੇ ਮੁਤਾਬਕ ਕਿਸੇ ਕੁੱਤੇ ਨੂੰ ਵੀ ਸਜ਼ਾ ਨਹੀਂ ਹੋ ਸਕਦੀ ਸੀ, ਇਹਨਾਂ ਨੇ ਬੰਦੇ ਨੂੰ ਫਾਂਸੀ ਟੰਗਤਾ। ਸੋ ਆਹ ਤੇ ਸਾਡਾ ਜਿਹੜਾ ਜੁਡੀਸ਼ਰੀ ਦਾ ਸਿਸਟਮ ਆ। ਦੂਜਾ ਆਇਆ, ਮੈਂ ਥਾਣਿਆਂ ਦੀ ਪਹਿਲਾਂ ਹੀ ਗੱਲ ਤੁਹਾਨੂੰ ਦੱਸਤੀ ਆ ਕਿ ਤੁਸੀਂ ਜੇ ਥਾਣੇ ਜਾਣਾ, ਤੁਹਾਨੂੰ ਕੋਈ ਸੱਟ ਲਾ ਗਿਆ ਜਾਂ ਤੁਸੀਂ ਆਪਣਾ ਮੈਡੀਕਲ ਕਰਾਉਣਾ, ਜੇ 26 ਬਣਦੀ ਵੀ ਆ ਤੇ ਤਾਂ ਵੀ ਤੁਹਾਨੂੰ ਜੇ ਕੋਈ 50-60 ਹਜ਼ਾਰ ਰੁਪਈਆ ਦਿਓਗੇ ਤਾਂ SMO ਰਿਪੋਰਟ ਦੇਗਾ ਤੇ ਤਾਂ ਤੁਹਾਡੀ ਜਾ ਕੇ ਕਿਤੇ FIR ਰਜਿਸਟਰ ਹੋਣੀ ਆ। ਲੋਕ ਤਾਂ ਥਾਣੇ ਜਾਣ ਤੋਂ ਡਰਦੇ ਨੇ, ਆਪ ਹੀ ਵਿਚਾਰੇ ਆਪੇ ਹੀ ਜੇ ਕਹਿੰਦੇ ਸੱਟ ਲੱਗ ਗਈ, ਉਹ ਆਪਣਾ ਇਲਾਜ ਕਰਾ ਕੇ ਪ੍ਰਾਈਵੇਟ ਹੀ ਇਲਾਜ ਕਰਾ ਲੈਂਦੇ ਨੇ, ਦੱਸਦੇ ਹੀ ਨਹੀਂ ਕਿ ਸਾਨੂੰ ਸੱਟ ਕੀ ਲੱਗੀ, ਉਹ ਇਦਾਂ ਹੀ ਕਹਿ ਦਿੰਦੇ ਨੇ ਜੀ ਡੇਗਿਆਂ ਸੀ, ਮੇਰੇ ਸੱਟ ਲੱਗੀ। ਆਹ ਸਾਡੀ ਹਿਊਮਨ ਰਾਈਟਸ ਦੀ ਕਦਰ ਕੀਮਤ ਆ। ਲੋਕ ਆਪਣੇ ਸਰਕਾਰੀ ਅਦਾਰਿਆਂ ਤੋਂ ਬਹੁਤ ਦੂਰ ਭੱਜਦੇ ਨੇ, ਪੁਲਿਸ ਵਾਲਿਆਂ ਤੋਂ ਡਰਦੇ ਨੇ, ਡਾਕਟਰਾਂ ਨੇ ਇੱਥੇ ਬੁੱਚੜਖਾਨੇ ਖੋਲ੍ਹੇ ਨੇ। ਆਇਆ ਲੋਕਾਂ ਨੂੰ ਟਾਈਮ 'ਤੇ ਡਾਕਟਰ ਨਹੀਂ ਮਿਲਦਾ, ਟਾਈਮ 'ਤੇ ਦਵਾਈ ਨਹੀਂ ਮਿਲਦੀ, ਟਾਈਮ 'ਤੇ ਕੋਈ ਇਲਾਜ ਨਹੀਂ ਹੁੰਦਾ। ਲੋਕ ਵਿਲਕਦੇ ਮਰ ਗਏ ਨੇ ਇੱਥੋਂ ਕਿ ਸਾਨੂੰ ਇਲਾਜ ਨਹੀਂ ਠੀਕ ਮਿਲ ਰਿਹਾ। ਤੇ ਤੁਸੀਂ ਇੱਥੇ ਇਨਸਾਫ ਦੀ ਗੱਲ ਕੀ ਕਰਾਂਗੇ? ਅਸੀਂ ਇੱਥੇ ਇਨਸਾਫ ਉਹਨਾਂ ਤੱਕ ਨਹੀਂ ਆ ਸਕਦਾ ਜਿੰਨਾ ਤੱਕ ਸਰਕਾਰਾਂ ਆਪਣੀ ਨੀਅਤ ਨਾ ਬਦਲਣ, ਆਪਣੇ ਮਫਾਦ ਨਾ ਬਦਲਣ, ਲੋਕਾਂ ਦੇ ਕਦਰ ਕੀਮਤਾਂ ਦੀ ਗੱਲ ਨਾ ਕਰਨ। ਹਿਊਮਨ ਰਾਈਟਸ 'ਚ ਜਿੰਨਾ ਤੱਕ ਗੱਲ ਨਹੀਂ ਆਏਗੀ, ਉਹਨਾਂ ਤੱਕ ਕੋਈ ਮੁਲਕ ਨਹੀਂ ਚੱਲ ਸਕਦਾ। ਅਸੀਂ ਦੁਬਾਰਾ ਬੇਨਤੀ ਕਰਦੇ ਹਾਂ ਸੈਂਟਰ ਗਵਰਨਮੈਂਟ ਨੂੰ ਤੇ ਸੂਬਾ ਸਰਕਾਰਾਂ ਨੂੰ ਕਿ ਤੁਸੀਂ ਜਿਨ੍ਹਾਂ ਮੁਲਕਾਂ ਦੀ ਐਗਜ਼ਾਮਪਲ ਦਿੰਦੇ ਹੋ, ਜਿਨ੍ਹਾਂ ਮੁਲਕਾਂ ਤੋਂ ਤੁਸੀਂ ਕੌਨਸਟੀਟਿਊਸ਼ਨ ਬੋਰੋ ਕੀਤੇ ਨੇ, ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਤੇ ਕਰੋ। ਤੁਸੀਂ ਹਾਲ ਦਵਾਈ ਮਚਾਈ ਜਾਂਦੇ ਹੋ ਇੱਥੇ। ਕੁਛ ਇਹ ਲੀਡਰ ਸਭਾਨੇ ਵੀ ਕਹਿੰਦੇ ਨੇ ਅਸੀਂ ਕੈਲੀਫੋਰਨੀਆ ਬਣਾ ਦੇਣਾ, ਅਸੀਂ ਕੈਨੇਡਾ ਬਣਾ ਦੇਣਾ। ਕਿੱਥੋਂ ਬਣਾ ਦੇਣਾ? ਇੱਥੋਂ ਦੇ ਜਿਹੜੇ ਕੈਨੇਡਾ ਲੋਕ ਦੇ ਇੱਥੋਂ ਭੱਜ ਰਹੇ ਨੇ ਕੈਲੀਫੋਰਨੀਆ ਨੂੰ, ਕੈਨੇਡਾ ਨੂੰ। ਉਹ ਤੇ ਨੌਜਵਾਨ ਤੇ ਇੱਥੇ ਤੱਕ ਆ ਗਿਆ ਕਿ ਜੇ ਡੌਂਕੀ ਲਾ ਕੇ ਵੀ ਜਾਏ ਜਾਂਦੇ ਤੇ ਤਾਂ ਵੀ ਚਲੇ ਜਾਂਦੇ ਨੇ। ਅੱਧੇ ਰਾਸਤੇ 'ਚ ਕਈ ਮਰ ਜਾਂਦੇ ਨੇ, ਕਈ ਵਿਚਾਰੇ ਪਹੁੰਚ ਜਾਂਦੇ ਨੇ। ਸੋ ਸਾਡੇ ਮੁਲਕ ਦਾ ਹਾਲ ਬੜਾ ਮਾੜਾ ਹੈ, ਖਾਸ ਕਰਕੇ ਪੰਜਾਬ ਸੂਬੇ 'ਚ ਬਹੁਤ ਹਾਲ ਦਵਾਈ ਆ। ਨਸ਼ਾ ਆਮ ਹੋ ਗਿਆ, ਐਜੂਕੇਸ਼ਨ ਦੇ ਨਾਂ 'ਤੇ ਕੁਛ ਵੀ ਨਹੀਂ ਹੈਗਾ। ਲੋਕ ਇੱਥੋਂ ਪੜ੍ਹ ਕੇ ਭੱਜ ਰਹੇ ਨੇ, ਨੌਕਰੀਆਂ ਕਿਸੇ ਨੂੰ ਮਿਲ ਨਹੀਂ ਰਹੀਆਂ, ਵਾਤਾਵਰਨ ਸ਼ੁੱਧ ਨਹੀਂ, ਪਾਣੀ ਦੂਸ਼ਿਤ ਹੋ ਗਿਆ। ਅਡਲਟਰੇਸ਼ਨ ਫੂਡ ਜਿਹੜਾ ਵਾ ਐਟ ਦੀ ਟੌਪ ਹੈਗਾ। ਕਿਸੇ ਦੇ ਹਿਊਮਨ ਰਾਈਟਸ ਦੀ ਕੋਈ ਗੱਲ ਨਹੀਂ ਹੈਗੀ। ਇਸ ਕਰਕੇ ਅੱਜ ਦਾ ਹਿਊਮਨ ਰਾਈਟਸ ਕਾਲੇ ਦਿਨ ਵਜੋਂ ਅਸੀਂ ਹਵਾਰਾ ਕਮੇਟੀ ਮਨਾ ਰਹੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲਬਾਤ ਕੀਤੀ ਹੈ ਹਵਾਰਾ ਕਮੇਟੀ ਦੇ ਨਾਲ। 10 ਦਸੰਬਰ ਮਨੁੱਖੀ ਅਧਿਕਾਰ ਦਿਹਾੜਾ, ਵਿਸ਼ਵ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾਂਦਾ ਹੈ। ਤਾਂ ਦੂਸਰੇ ਪਾਸੇ ਭਾਰਤ ਦੇ ਵਿੱਚ ਅਨੇਕਾਂ ਕੌਮਾਂ ਅਜਿਹੀਆਂ ਨੇ, ਪੰਜਾਬ ਦੇ ਵਿੱਚ ਪੰਜਾਬੀ ਸਿੱਖ ਇਹ ਮੰਗ ਕਰਦੇ ਨੇ ਕਿ ਜਿਸ ਢੰਗ ਦੇ ਨਾਲ ਪੰਜਾਬੀਆਂ ਦੇ ਤੇ ਸਿੱਖਾਂ ਦੇ ਉੱਤੇ ਕੇਂਦਰ ਧਿਰ ਸ਼ਾਸਨ ਕਰ ਰਹੀ ਆ, ਉਹਨਾਂ ਦਾ ਸ਼ਾਸਨ ਕਰਨ ਦਾ ਢੰਗ ਬਿਲਕੁਲ ਗਲਤ ਆ, ਨਜਾਇਜ਼ ਆ। ਸਿੱਖਾਂ ਨੂੰ ਉਹਨਾਂ ਦੇ ਬਣਦੇ ਅਧਿਕਾਰ ਜਿਹੜੇ ਨੇ ਉਹ ਦੇਣੇ ਚਾਹੀਦੇ ਨੇ। ਜਿਹੜੇ ਵਾਅਦੇ ਆਜ਼ਾਦੀ ਪਿੱਛੋਂ ਸਿੱਖਾਂ ਦੇ ਨਾਲ ਕੀਤੇ ਗਏ, ਇੱਕ ਖੁਦ ਮੁਖਤਿਆਰ ਸੂਬੇ ਦੀ ਗੱਲ ਕੀਤੀ ਗਈ, ਉਹ ਖੁਦ ਮੁਖਤਿਆਰ ਸੂਬਾ ਅਤੇ ਜੇਲ੍ਹਾਂ ਦੇ ਵਿੱਚ ਬੰਦ ਉਹ ਨੌਜਵਾਨ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ, ਜਿਹੜੇ ਸਿੰਘ ਸਜ਼ਾਵਾਂ ਪੂਰੀਆਂ ਕਰਕੇ ਅੱਜ ਵੀ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਜਿਨ੍ਹਾਂ ਦੇ ਉੱਤੇ ਕੇਸ ਚੱਲ ਰਹੇ ਨੇ
ਉਹਨਾਂ ਦੇ ਉੱਤੇ ਕੇਸ ਬਿਲਕੁਲ ਸਹੀ ਢੰਗ ਦੇ ਨਾਲ ਅਤੇ ਇੱਕ ਇਨਸਾਫ ਉਹਨਾਂ ਦੇ ਨਾਲ ਵੀ ਕੀਤਾ ਜਾਵੇ, ਕਿਉਂਕਿ ਪਿੱਛੇ ਜਿਹੜੀਆਂ ਖਬਰਾਂ ਆਈਆਂ ਜਿਵੇਂ ਜਗਤਾਰ ਸਿੰਘ ਹਵਾਰਾ ਨੂੰ ਸਹੀ ਇਲਾਜ ਨਹੀਂ ਦਿੱਤਾ ਜਾ ਰਿਹਾ ਸੀ, ਸੁਪਰੀਮ ਕੋਰਟ ਤੱਕ ਜਾਣਾ ਪਿਆ, ਹੁਣ ਇੱਕ ਵਿਅਕਤੀ ਨੂੰ ਆਪਣੇ ਮਨੁੱਖੀ ਅਧਿਕਾਰਾਂ ਵਾਸਤੇ ਸੁਪਰੀਮ ਕੋਰਟ ਜਾਣਾ ਪੈ ਰਿਹਾ, ਤਾਂ ਬਿਲਕੁਲ ਦੇਸ਼ ਦੇ ਵਿੱਚ ਅਜਿਹੀ ਹਾਲਤ ਬੜੀ ਚਿੰਤਾ ਦਾ ਵਿਸ਼ਾ ਆ। ਤੁਸੀਂ ਬਣੇ ਰਹੋ KTV UK ਦੇ ਨਾਲ। ਮੈਨੂੰ ਕੈਮਰਾਮੈਨ ਸਹਿਯੋਗੀ ਅਲਜਿੰਦਰ ਦੇ ਨਾਲ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।